ਕਿਸਮਤ ਆਪੋ ਆਪਣੀ ਜੈਨਿੰਦਰ ਦੀ ਲਿਖੀ ਹੋਈ ਕਹਾਣੀ। ਅਨੁਵਾਦ ਸੁਖਾ ਸਿੰਘ। ਭਾਗ ਪਹਿਲਾ। ਕਾਫੀ ਦੇਰ ਬੇਮਤਲਬ ਘੁੰਮਣ ਫਿਰਨ ਤੋਂ ਬਾਅਦ ਅਸੀਂ ਸੜਕ ਦੇ ਕੰਢੇ ਪਏ ਇੱਕ ਬੈਂਚ ਉੱਪਰ ਬਹਿ ਗਏ। ਨੈਨੀਤਾਲ ਦੀ ਸ਼ਾਮ ਹੌਲੀ ਹੌਲੀ ਉਤਰ ਰਹੀ ਸੀ। ਰੂੰ ਦੇ ਫੰਬਿਆਂ ਵਰਗੇ ਅਤੇ ਭਾਫ ਵਰਗੇ ਬੱਦਲ ਸਾਡੇ ਸਿਰਾਂ ਨੂੰ ਛੂਹ ਛੂਹ ਕੇ ਬਿਨਾਂ ਕਿਸੇ ਰੋਕ ਟੋਕ ਘੁੰਮ ਰਹੇ ਸਨ। ਹਲਕੀ ਰੋਸ਼ਨੀ ਅਤੇ ਹਨੇਰੇ ਵਿੱਚ ਰੰਗੇ ਬੱਦਲ ਕਦੀ ਉਹ ਨੀਲੇ ਵਿਖਾਈ ਦਿੰਦੇ, ਕਦੀ ਚਿੱਟੇ ਅਤੇ ਕੁਝ ਦੇਰ ਬਾਅਦ ਲਾਲ ਰੰਗੇ ਵਿਖਾਈ ਦਿੰਦੇ। ਇੰਜ ਲੱਗ ਰਿਹਾ ਸੀ ਜਿਵੇਂ ਬੱਦਲ ਸਾਡੇ ਨਾਲ ਖੇਡਣਾ ਚਾਹੁੰਦੇ ਹੋਣ। ਸਾਡੇ ਪਿੱਛੇ ਪੋਲੋ ਵਾਲਾ ਮੈਦਾਨ ਫੈਲਿਆ ਹੋਇਆ ਸੀ। ਸਾਹਮਣੇ ਅੰਗਰੇਜ਼ਾਂ ਦਾ ਇੱਕ ਮਨੋਰੰਜਨ ਘਰ ਸੀ, ਜਿੱਥੇ ਸੁਹਾਣਾ ਰਸੀਲਾ ਬਾਜਾ ਵੱਜ ਰਿਹਾ ਸੀ, ਅਤੇ ਪਿੱਛੇ ਸੀ ਉਹੀ ਸੁਰਮਈ ਅਨੋਖਾ ਨੈਨੀਤਾਲ। ਝੀਲ ਵਿੱਚ ਕੁਝ ਕਿਸ਼ਤੀਆਂ ਆਪਣੇ ਚਿੱਟੇ ਬਾਦਬਾਨ ਉਡਾਉਂਦੀਆਂ ਹੋਈਆਂ ਇੱਕ ਦੋ ਅੰਗਰੇਜ਼ ਯਾਤਰੀਆਂ ਨੂੰ ਲੈ ਕੇ ਇੱਧਰੋਂ ਉੱਧਰ ਤੇ ਉੱਧਰੋਂ ਇੱਧਰ ਖੇਡ ਰਹੀਆਂ ਸਨ। ਕਿਤੇ ਕੁਝ ਅੰਗਰੇਜ਼ ਇੱਕ ਇੱਕ ਦੇਵੀ ਆਪਣੇ ਅੱਗੇ ਬਿਠਾ ਕੇ ਆਪਣੀਆਂ ਸੂਈ ਜਿਹੀਆਂ ਸ਼ਕਲ ਵਾਲੀਆਂ ਕਿਸ਼ਤੀਆਂ ਇੰਜ ਤੇਜ਼ ਦੌੜਾ ਰਹੇ ਸਨ ਜਿਵੇਂ ਕਿ ਸ਼ਰਤ ਲੱਗੀ ਹੋਵੇ। ਕੁਝ ਸਾਹਿਬ ਆਪਣੀ ਡੋਰੀ ਨੂੰ ਕੰਢੇ ਉੱਤੇ ਇੱਕ ਪਾਸੇ ਰੱਖ ਕੇ ਬਹੁਤ ਧੀਰਜ, ਇਕਾਗਰਤਾ, ਇੱਕ ਮਨ ਅਤੇ ਇੱਕ ਚਿੱਤ ਹੋ ਕੇ ਮੱਛੀ ਚਿੰਤਨ ਕਰ ਰਹੇ ਸਨ। ਪਿਛਲੇ ਪੋਲੋ ਲਾਨ ਵਿੱਚ ਬੱਚੇ ਕਲਕਾਰੀਆਂ ਮਾਰਦੇ ਹੋਏ ਹਾਕੀ ਖੇਡ ਰਹੇ ਸਨ। ਸ਼ੋਰ ਸ਼ਰਾਬਾ, ਮਾਰ ਕੁੱਟ, ਗਾਲੀ ਗਲੋਚ ਵੀ ਜਿਵੇਂ ਖੇਡ ਦਾ ਹੀ ਹਿੱਸਾ ਸੀ। ਇਸ ਸਮੁੱਚੀ ਖੇਡ ਨੂੰ ਉਹਨਾਂ ਪਲਾਂ ਦਾ ਉਦੇਸ਼ ਬਣਾ ਉਹ ਬੱਚੇ ਆਪਣਾ ਸਮੁੱਚਾ ਮਨ, ਸਰੀਰ, ਸਮੁੱਚੀ ਸ਼ਕਤੀ ਅਤੇ ਸਮੁੱਚੀ ਵਿੱਦਿਆ ਲਗਾ ਕੇ ਜਿਵੇਂ ਖ਼ਤਮ ਕਰ ਦੇਣਾ ਚਾਹੁੰਦੇ ਹੋਣ। ਉਹਨਾਂ ਨੂੰ ਨਾ ਤਾਂ ਭਵਿੱਖ ਦਾ ਕੋਈ ਫਿਕਰ ਸੀ, ਨਾ ਬੀਤ ਚੁੱਕੇ ਸਮੇਂ ਦਾ ਖਿਆਲ। ਉਹ ਸਿਰਫ ਵਰਤਮਾਨ ਨੂੰ ਜੀਣ ਵਾਲੇ ਜੀਵ ਸਨ। ਉਸ ਸ਼ਬਦ ਦੀ ਸਮੁੱਚੀ ਸੱਚਾਈ ਨਾਲ ਜੀਵੰਤ ਸਨ। ਸੜਕ ਉੱਤੇ ਆਦਮੀਆਂ ਔਰਤਾਂ ਦੀ ਇੱਕ ਭੀੜ ਲਗਾਤਾਰ ਆ ਜਾ ਰਹੀ ਸੀ। ਉਸ ਦਾ ਕੋਈ ਆਰ ਪਾਰ ਨਹੀਂ ਸੀ। ਇਹ ਭੀੜ ਕਿੱਧਰੋਂ ਆ ਰਹੀ ਸੀ ਤੇ ਕਿੱਧਰ ਜਾ ਰਹੀ ਸੀ, ਕੋਈ ਨਹੀਂ ਦੱਸ ਸਕਦਾ ਸੀ। ਹਰ ਉਮਰ, ਹਰ ਕਿਸਮ ਦੇ ਲੋਕ ਉਸ ਭੀੜ ਵਿੱਚ ਸ਼ਾਮਲ ਸਨ। ਇੰਜ ਲੱਗਦਾ ਸੀ ਜਿਵੇਂ ਮਨੁੱਖਤਾ ਦੇ ਨਮੂਨਿਆਂ ਦਾ ਬਾਜ਼ਾਰ ਸਜ ਧਜ ਕੇ ਅੱਖਾਂ ਦੇ ਸਾਹਮਣੇ ਹੁਲਾਰੇ ਖਾਂਦਾ ਲੰਘਦਾ ਜਾ ਰਿਹਾ ਸੀ। ਵੱਧ ਅਧਿਕਾਰ ਦੇ ਹੰਕਾਰ ਵਿੱਚ ਆਕੜੇ ਅੰਗਰੇਜ਼ ਵੀ ਉਹਨਾਂ ਵਿੱਚ ਸ਼ਾਮਲ ਸਨ, ਅਤੇ ਲੀਰਾਂ ਵਿੱਚ ਸਜੇ ਹੋਏ ਘੋੜਿਆਂ ਦੀਆਂ ਵਾਂਗਾਂ ਫੜੀ ਉਹ ਪਹਾੜੀ ਲੋਕ ਵੀ ਉਹਨਾਂ ਵਿੱਚ ਸ਼ਾਮਲ ਸਨ, ਜਿਨ੍ਹਾਂ ਨੇ ਆਪਣੀ ਇੱਜ਼ਤ ਆਬਰੂ ਨੂੰ ਲੱਤੜ ਕੇ ਸਿਫਰ ਬਣਾ ਲਿਆ ਸੀ ਅਤੇ ਬੜੀ ਨੀਚਤਾ ਨਾਲ ਪੂੰਛ ਹਿਲਾਉਣਾ ਸਿੱਖ ਗਏ ਸਨ। ਭੱਜਦੇ, ਖੇਡਦੇ, ਹੱਸਦੇ, ਸ਼ਰਾਰਤਾਂ ਕਰਦੇ ਲਾਲ ਲਾਲ ਅੰਗਰੇਜ਼ ਬੱਚੇ ਵੀ ਸਨ, ਅਤੇ ਪੀਲੀਆਂ ਪੀਲੀਆਂ ਅੱਖਾਂ ਵਾਲੇ ਪਿਤਾ ਦੀ ਉਂਗਲਾਂ ਫੜ ਕੇ ਤੁਰਦੇ ਆਪਣੇ ਭਾਰਤੀ ਨੌ ਨਿਹਾਲ ਵੀ ਸਨ। ਅੰਗਰੇਜ਼ ਪਿਤਾ ਸਨ ਜੋ ਆਪਣੇ ਬੱਚਿਆਂ ਨਾਲ ਭੱਜ ਰਹੇ ਸਨ, ਹੱਸ ਰਹੇ ਸਨ ਅਤੇ ਖੇਡ ਰਹੇ ਸਨ। ਦੂਜੇ ਪਾਸੇ ਭਾਰਤੀ ਪਿਤਾ ਦੇਵ ਵੀ ਸਨ ਜੋ ਬਜ਼ੁਰਗੀ ਨੂੰ ਆਪਣੇ ਚਾਰੇ ਪਾਸੇ ਲਪੇਟੀ ਅਮੀਰੀ ਦੇ ਲੱਛਣਾਂ ਦੀ ਨਮਾਇਸ਼ ਕਰਦੇ ਹੋਏ ਤੁਰ ਰਹੇ ਸਨ। ਅੰਗਰੇਜ਼ ਬੇਬਸ ਸਨ ਜੋ ਧੀਰਜ ਨਾਲ ਨਹੀਂ ਚੱਲਦੀਆਂ ਸਨ, ਫੁਰਤੀ ਨਾਲ ਚੱਲਦੀਆਂ ਸਨ। ਉਹਨਾਂ ਨੂੰ ਚੱਲਣ ਵਿੱਚ ਨਾ ਥਕਾਵਟ ਮਹਿਸੂਸ ਹੁੰਦੀ ਸੀ, ਨਾ ਹੱਸਣ ਨਾਲ ਮੌਤ ਆਉਂਦੀ ਸੀ। ਉਹ ਕਸਰਤ ਦੇ ਬਹਾਨੇ ਘੋੜੇ ਉੱਪਰ ਵੀ ਬੈਠ ਸਕਦੀਆਂ ਸਨ, ਅਤੇ ਘੋੜਿਆਂ ਦੇ ਨਾਲ ਨਾਲ ਜਦੋਂ ਵੀ ਦਿਲ ਕਰਦਾ ਤਾਂ ਜਿਹੜੇ ਮਰਜ਼ੀ ਭਾਰਤੀ ਉੱਪਰ ਵੀ ਬੈਂਤ ਵੀ ਚਲਾ ਸਕਦੀਆਂ ਸਨ। ਉਹ ਦੋ ਦੋ, ਤਿੰਨ ਤਿੰਨ, ਚਾਰ ਚਾਰ ਦੀਆਂ ਟੋਲੀਆਂ ਵਿੱਚ ਬਿਨਾਂ ਕਿਸੇ ਸ਼ੰਕਾ ਦੇ ਬੇਪਰਵਾਹੀ ਨਾਲ ਇਸ ਵੈਨ ਵਿੱਚ ਇਸ ਤਰ੍ਹਾਂ ਸੜਕ 'ਤੇ ਚੱਲੀਆਂ ਜਾ ਰਹੀਆਂ ਸਨ ਜਿਵੇਂ ਆਪਣੀ ਥਾਂ ਨੂੰ ਜਾਣਦੀਆਂ ਹੋਣ। ਦੂਜੇ ਪਾਸੇ ਸਾਡੀਆਂ ਭਾਰਤ ਦੀਆਂ ਕੁੱਲ ਲక్ష్ਮੀਆਂ ਸੜਕ ਦੇ ਬਿਲਕੁਲ ਕੰਢੇ ਕੰਢੇ ਆਪਣੇ ਸਿਰਾਂ ਦੇ ਦੁਪੱਟੇ ਸੰਭਾਲਦੀਆਂ ਹੋਈਆਂ, ਸਾੜੀਆਂ ਨੂੰ ਕਈ ਤਹਿਆਂ ਵਿੱਚ ਲਿਪਟੀਆਂ ਹੋਈਆਂ, ਲੋਕ ਲਾਜ, ਨਾਰੀਤਵ ਅਤੇ ਭਾਰਤੀ ਗੌਰਵ ਦੇ ਆਦਰਸ਼ ਨੂੰ ਆਪਣੀ ਬੁੱਕਲ ਵਿੱਚ ਲੁਕੋਈ ਸਹਿਮੀਆਂ ਸਹਿਮੀਆਂ ਜ਼ਮੀਨ ਉੱਪਰ ਅੱਖਾਂ ਗੱਡੀ ਕਦਮ ਬਾ ਕਦਮ ਚੱਲ ਰਹੀਆਂ ਸਨ। ਇਸ ਦੇ ਨਾਲ ਹੀ ਭਾਰਤੀਆਂ ਦਾ ਇੱਕ ਹੋਰ ਨਮੂਨਾ ਸੀ ਆਪਣੇ ਕਾਲੇਪਨ ਨੂੰ ਖੁਰਚ ਕੇ ਪਰਾਂ ਸੁੱਟ ਦੇਣ ਦੀ ਇੱਛਾ ਰੱਖਣ ਵਾਲੇ ਨਕਲੀ ਅੰਗਰੇਜ਼ ਵੀ ਸਨ, ਜੋ ਦੇਸੀਆਂ ਨੂੰ ਵੇਖ ਕੇ ਮੂੰਹ ਫੇਰ ਲੈਂਦੇ ਸਨ ਅਤੇ ਅੰਗਰੇਜ਼ਾਂ ਨੂੰ ਵੇਖ ਕੇ ਅੱਖਾਂ ਵਿਛਾ ਲੈਂਦੇ ਸਨ ਅਤੇ ਪੂਛ ਹਿਲਾਉਣ ਲੱਗਦੇ ਸਨ। ਉਂਝ ਉਹ ਆਕੜ ਕੇ ਤੁਰਦੇ ਸਨ ਜਿਵੇਂ ਭਾਰਤ ਦੀ ਧਰਤੀ ਨੂੰ ਇਸੇ ਆਕੜ ਦੇ ਨਾਲ ਲੱਤੜ ਕੇ ਚੱਲਣ ਦਾ ਹੱਕ ਉਹਨਾਂ ਨੂੰ ਮਿਲਿਆ ਹੋਵੇ। ਭਾਗ ਦੂਜਾ।
ਕਈ ਘੰਟੇ ਬੀਤ ਗਏ, ਹਨੇਰਾ ਗੂੜਾ ਹੋ ਗਿਆ, ਬੱਦਲ ਸਫੈਦ ਹੋ ਕੇ ਜੰਮ ਗਏ। ਮਨੁੱਖਾਂ ਦੀ ਉਹ ਭੀੜ ਇੱਕ ਇੱਕ ਕਰਕੇ ਘਟ ਗਈ। ਹੁਣ ਸਿਰਫ ਟਾਮਾ ਟੱਲਾ ਆਦਮੀ ਹੀ ਛਤਰੀ ਲੈ ਕੇ ਨਿਕਲ ਰਿਹਾ ਸੀ। ਅਸੀਂ ਉੱਥੇ ਦੇ ਉੱਥੇ ਹੀ ਬੈਠੇ ਸੀ। ਠੰਡ ਜਿਹੀ ਮਹਿਸੂਸ ਹੋਈ। ਸਾਡੇ ਓਵਰਕੋਟ ਭਿੱਜ ਗਏ ਸਨ। ਪਿੱਛੇ ਮੁੜ ਕੇ ਵੇਖਿਆ, ਉਹ ਲਾਲ ਬਰਫ਼ ਦੀ ਚਾਦਰ ਵਾਂਗੂ ਬਿਲਕੁਲ ਅਹਿਲ ਅਤੇ ਸੁੰਨ ਪਿਆ ਸੀ। ਚਾਰੇ ਪਾਸੇ ਸੰਨਾਟਾ ਸੀ। ਤੱਲੀ ਤਾਲ ਦੀਆਂ ਬਿਜਲੀ ਦੀਆਂ ਰੋਸ਼ਨੀਆਂ ਦੀਪਮਾਲਾ ਵਾਂਗੂ ਜਗਮਗਾ ਰਹੀਆਂ ਸਨ। ਇਹ ਜਗਮਗ 2 ਮੀਲਾਂ ਤੱਕ ਫੈਲੇ ਹੋਏ ਕੁਦਰਤ ਦੇ ਜਲ ਦਰਪਣ ਤੋਂ ਪ੍ਰਤੀਬਿੰਬਤ ਹੋ ਰਹੀ ਸੀ ਅਤੇ ਦਰਪਣ ਦਾ ਇਸ ਤਰ੍ਹਾਂ ਕੰਬ ਅਤੇ ਲਹਿਰਾ ਰਿਹਾ ਸੀ ਜਿਵੇਂ ਉਹ ਜਲ ਪ੍ਰਤੀਬਿੰਬਾਂ ਨੂੰ 100 ਗੁਣਾ 1000 ਗੁਣਾ ਕਰਕੇ ਉਹਨਾਂ ਦੀ ਰੋਸ਼ਨੀ ਨੂੰ ਮੰਨ ਲਓ ਇਕੱਠੀ ਕਰਕੇ ਅਤੇ ਪੂੰਜੀ ਬਣਾ ਕੇ ਫੈਲਾ ਰਿਹਾ ਹੋਵੇ। ਪਹਾੜਾਂ ਦੀਆਂ ਚੋਟੀਆਂ ਦੀਆਂ ਰੋਸ਼ਨੀ ਤਾਰਿਆਂ ਵਰਗੀਆਂ ਲੱਗਦੀਆਂ ਸਨ। ਸਾਡੇ ਵੇਖਦੇ ਹੀ ਵੇਖਦੇ ਇੱਕ ਸੰਘਣੇ ਪਰਦੇ ਨੇ ਆ ਕੇ ਇਸ ਸਾਰੇ ਕੁਝ ਨੂੰ ਢੱਕ ਲਿਆ। ਰੋਸ਼ਨੀਆਂ ਜਿਵੇਂ ਮਰ ਗਈਆਂ ਹੋਣ, ਜਗਮਗ ਗੁਆਚ ਗਈ ਹੋਵੇ। ਉਹ ਕਾਲੇ ਕਾਲੇ ਭੂਤ ਵਰਗੇ ਪਹਾੜ ਵੀ ਚਿੱਟੇ ਚਿੱਟੇ ਪਰਦੇ ਦੇ ਪਿੱਛੇ ਲੁਕ ਗਏ। ਨੇੜੇ ਦੀ ਕੋਈ ਚੀਜ਼ ਵੀ ਨਜ਼ਰ ਨਾ ਪੈਂਦੀ, ਜਿਵੇਂ ਜ਼ੋਰਦਾਰ ਪਰਲੋ ਹੋਵੇ। ਸਾਰਾ ਕੁਝ ਇਸ ਸੰਘਣੀ ਗੂੜੀ ਸਫੈਦੀ ਵਿੱਚ ਦਬ ਗਿਆ। ਇੱਕ ਸਫੈਦ ਸਮੁੰਦਰ ਨੇ ਫੈਲ ਕੇ ਕਾਇਨਾਤ ਦੀ ਸਾਰੀ ਹੋਂਦ ਨੂੰ ਡੁਬੋ ਦਿੱਤਾ। ਉੱਪਰ ਥੱਲੇ ਚਾਰੇ ਪਾਸੇ ਇਹ ਅਲੰਗ ਸਫੈਦ ਸੱਖਣਾਪਨ ਹੀ ਫੈਲਿਆ ਹੋਇਆ ਸੀ। ਇੰਨੀ ਸੰਘਣੀ ਧੁੰਦ ਅਸੀਂ ਕਦੀ ਨਹੀਂ ਵੇਖੀ ਸੀ। ਇਹ ਤ੍ਰਿਪ ਤ੍ਰਿਪ ਡਿੱਗ ਰਹੀ ਸੀ ਅਤੇ ਰਸਤਾ ਹੁਣ ਬਿਲਕੁਲ ਚੁੱਪ ਸੀ। ਉੱਥੇ ਕੋਈ ਨਹੀਂ ਸੀ ਰਿਹਾ। ਉਹ ਭੀੜ ਪਤਾ ਨਹੀਂ ਕਿਹੜੇ ਘੁਰਨਿਆਂ ਵਿੱਚ ਜਾ ਲੁਕੀ ਸੀ। ਉਸ ਵੱਡੇ ਸਫੈਦ ਖਲਾਅ ਵਿੱਚੋਂ ਕਿਤਿਓਂ 11 ਵਾਰੀ ਟਨ ਟਨ ਦੀ ਆਵਾਜ਼ ਆਈ, ਜਿਵੇਂ ਕਿਤਿਓਂ ਦੂਰ ਕਬਰ ਵਿੱਚੋਂ ਆਵਾਜ਼ ਆ ਰਹੀ ਹੋਵੇ। ਅਸੀਂ ਆਪਣੇ ਆਪਣੇ ਹੋਟਲਾਂ ਨੂੰ ਤੁਰ ਪਏ। ਭਾਗ ਤੀਜਾ। ਰਸਤੇ ਵਿੱਚ 2 ਦੋਸਤਾਂ ਦਾ ਹੋਟਲ ਆ ਗਿਆ। ਦੋਨੋਂ ਵਕੀਲ ਦੋਸਤ ਆਪਣੇ ਹੋਟਲ ਚਲੇ ਗਏ। ਅਸੀਂ ਦੋਵੇਂ ਅੱਗੇ ਵਧੇ। ਸਾਡਾ ਹੋਟਲ ਅੱਗੇ ਸੀ। ਤਲਾਬ ਦੇ ਕੰਢੇ ਕੰਢੇ ਅਸੀਂ ਤੁਰੇ ਜਾ ਰਹੇ ਸੀ। ਸਾਡੇ ਓਵਰਕੋਟ ਗੜੁੱਛ ਹੋ ਚੁੱਕੇ ਸਨ। ਮੀਂਹ ਪੈਂਦਾ ਦਿਖਾਈ ਨਹੀਂ ਸੀ ਦਿੰਦਾ ਸੀ, ਪਰ ਉੱਥੇ ਤਾਂ ਉੱਪਰ ਹੇਠਾਂ ਹਵਾ ਦੇ ਕਣ ਕਣ ਵਿੱਚ ਮੀਂਹ ਸੀ। ਠੰਡ ਇੰਨੀ ਸੀ ਕਿ ਸੋਚਿਆ ਕੋਟ ਉੱਪਰ ਇੱਕ ਕੰਬਲ ਹੋਰ ਹੁੰਦਾ ਤਾਂ ਚੰਗਾ ਹੁੰਦਾ। ਰਸਤੇ ਵਿੱਚ ਤਲਾਬ ਦੇ ਬਿਲਕੁਲ ਕੰਢੇ ਉੱਪਰ ਇੱਕ ਬੈਂਚ ਪਿਆ ਸੀ। ਮੇਰਾ ਮਨ ਬੇਚੈਨ ਹੋ ਰਿਹਾ ਸੀ। ਜਲਦੀ ਜਲਦੀ ਹੋਟਲ ਪਹੁੰਚ ਕੇ ਇਹਨਾਂ ਗਿੱਲੇ ਕੱਪੜਿਆਂ ਨੂੰ ਲਾਹ ਕੇ ਨਿੱਘੇ ਬਿਸਤਰੇ ਵਿੱਚ ਲੁਕ ਕੇ ਸੌਂ ਜਾਣਾ ਚਾਹੁੰਦਾ ਸੀ, ਪਰ ਨਾਲ ਵਾਲੇ ਦੋਸਤ ਦੀ ਸਣਕ ਕਦ ਉੱਠੇਗੀ ਕਦ ਰੁਕੇਗੀ ਇਸ ਦਾ ਕੋਈ ਪਤਾ ਨਹੀਂ ਸੀ, ਅਤੇ ਉਹ ਕਿਸ ਤਰ੍ਹਾਂ ਦੀ ਅਤੇ ਕੀ ਹੋਵੇਗੀ ਇਸ ਦਾ ਵੀ ਕੋਈ ਅੰਦਾਜ਼ਾ ਨਹੀਂ ਸੀ। ਉਸਨੇ ਕਿਹਾ, ਆਓ ਕੁਝ ਪਲ ਇੱਥੇ ਬੈਠੀਏ। ਅਸੀਂ ਉਸ ਚੌਂਦੀ ਧੁੰਦ ਵਿੱਚ ਰਾਤ ਦੇ ਠੀਕ 1 ਵਜੇ ਤਲਾਬ ਦੇ ਕੰਢੇ ਉਸ ਭਿੱਜੀ ਹੋਈ ਬਰਫ਼ ਵਰਗੇ ਠੰਡੇ ਹੋ ਰਹੇ ਲੋਹੇ ਦੇ ਬੈਂਚ ਉੱਪਰ ਬੈਠ ਗਏ। 5, 10, 15 ਮਿੰਟ ਹੋ ਗਏ। ਦੋਸਤ ਦਾ ਉੱਠਣ ਦਾ ਇਰਾਦਾ ਨਾ ਦੇਖਦੇ ਹੋਏ ਮੈਂ ਝਿਜਕਦੇ ਹੋਏ ਕਿਹਾ, ਚੱਲ ਚੱਲੀਏ, ਥੋੜ੍ਹਾ ਠਹਿਰ ਜਾ। ਹੱਥ ਫੜ ਕੇ ਥੋੜ੍ਹਾ ਚਿਰ ਹੋਰ ਬੈਠਣ ਲਈ ਜਦ ਮੈਨੂੰ ਜ਼ਬਰਦਸਤੀ ਬਿਠਾ ਲਿਆ ਗਿਆ ਤਾਂ ਹੋਰ ਕੋਈ ਚਾਰਾ ਨਾ ਦੇਖਦੇ ਹੋਏ ਮਜਬੂਰ ਹੋ ਕੇ ਬੈਠਣਾ ਪਿਆ। ਉਸ ਦੀ ਸਣਕ ਤੋਂ ਛੁਟਕਾਰਾ ਸੌਖਾ ਨਹੀਂ ਸੀ, ਅਤੇ ਇਹ ਥੋੜ੍ਹਾ ਚਿਰ ਬੈਠਣਾ ਵੀ ਥੋੜ੍ਹਾ ਚਿਰ ਨਹੀਂ ਸੀ, ਬਹੁਤ ਜ਼ਿਆਦਾ ਸੀ। ਚੁੱਪ-ਚਾਪ ਬੈਠਾ ਔਖ ਜਿਹੇ ਮਹਿਸੂਸ ਕਰ ਰਿਹਾ ਸੀ। ਖਿਝ ਰਿਹਾ ਸੀ ਕਿ ਦੋਸਤ ਅਚਾਨਕ ਬੋਲਿਆ, ਵੇਖੋ ਉਹ ਕੀ ਹੈ। ਮੈਂ ਵੇਖਿਆ। ਧੁੰਦ ਦੀ ਸਫੇਦੀ ਵਿੱਚ ਕੁਝ ਹੀ ਕਦਮਾਂ ਦੀ ਵਿੱਥ 'ਤੇ ਇੱਕ ਕਾਲੀ ਜਿਹੀ ਮੂਰਤ ਸਾਡੇ ਵੱਲ ਆ ਰਹੀ ਸੀ। ਮੈਂ ਕਿਹਾ, ਹੋਊਗਾ ਕੋਈ। 3 ਗਜ਼ਾਂ ਦੀ ਦੂਰੀ ਤੋਂ ਵਿਖਾਈ ਦਿੱਤਾ। ਇੱਕ ਮੁੰਡਾ ਸਿਰ ਦੇ ਲੰਮੇ ਲੰਮੇ ਵਾਲਾਂ ਨੂੰ ਖੁਰਕਦਾ ਹੋਇਆ ਤੁਰਿਆ ਆ ਰਿਹਾ ਸੀ। ਉਸ ਦੇ ਨੰਗੇ ਪੈਰ ਹਨ। ਨੰਗਾ ਸਿਰ, ਇੱਕ ਮੈਲੀ ਜਿਹੀ ਕਮੀਜ਼ ਲਮਕਾਈ ਹੋਈ ਹੈ। ਉਸ ਦੇ ਪੈਰ ਪਤਾ ਨਹੀਂ ਕਿੱਥੇ ਟਿਕ ਰਹੇ ਸਨ, ਅਤੇ ਨਾ ਹੀ ਪਤਾ ਸੀ ਉਹ ਕਿੱਥੇ ਜਾ ਰਿਹਾ ਹੈ, ਕਿੱਥੇ ਜਾਣਾ ਚਾਹੁੰਦਾ ਹੈ। ਉਸ ਦੇ ਕਦਮਾਂ ਵਿੱਚ ਨਾ ਕੋਈ ਅਗਲਾ ਹੈ, ਨਾ ਪਿਛਲਾ, ਨਾ ਸੱਜਾ, ਨਾ ਖੱਬਾ ਹੈ। ਨੇੜੇ ਦੀ ਚੁੰਗੀ ਦੀ ਲੈਂਪ ਦੀ ਰੋਸ਼ਨੀ ਦੇ ਘੇਰੇ ਵਿੱਚ ਵੇਖਣ 'ਤੇ ਪਤਾ ਲੱਗਾ ਇਹ ਕੋਈ 10 ਕੁ ਸਾਲਾਂ ਦਾ ਮੁੰਡਾ। ਗੋਰਾ ਰੰਗ ਹੈ, ਪਰ ਮੈਲ ਨਾਲ ਕਾਲਾ ਪੈ ਗਿਆ ਹੈ। ਅੱਖਾਂ ਕਾਫੀ ਵੱਡੀਆਂ ਪਰ ਰੁੱਖੀਆਂ ਹਨ। ਉਸ ਦਾ ਮੱਥਾ ਜਿਵੇਂ ਹੁਣ ਤੋਂ ਹੀ ਝੁਰੜੀਆਂ ਪੈ ਗਈਆਂ ਨੇ। ਉਹ ਸਾਨੂੰ ਨਾ ਵੇਖ ਸਕਿਆ। ਉਹ ਜਿਵੇਂ ਕੁਝ ਵੀ ਨਹੀਂ ਵੇਖ ਰਿਹਾ ਸੀ, ਨਾ ਥੱਲੇ ਦੀ ਜ਼ਮੀਨ, ਨਾ ਉੱਪਰ ਚਾਰੇ ਪਾਸੇ ਫੈਲੀ ਹੋਈ ਧੁੰਦ।
ਨਾ ਸਾਹਮਣੇ ਦਾ ਤਲਾਬ ਅਤੇ ਨਾ ਹੀ ਬਾਕੀ ਦੁਨੀਆ। ਉਹ ਕੇਵਲ ਆਪਣੇ ਮੁਸ਼ਕਲ ਵਰਤਮਾਨ ਨੂੰ ਵੇਖ ਰਿਹਾ ਸੀ। ਦੋਸਤ ਨੇ ਆਵਾਜ਼ ਦਿੱਤੀ, ਇਹ। ਉਸਨੇ ਜਿਵੇਂ ਨੀਂਦ ਵਿੱਚੋਂ ਉੱਠ ਕੇ ਵੇਖਿਆ ਤੇ ਸਾਡੇ ਕੋਲ ਆ ਗਿਆ। ਤੂੰ ਕਿੱਧਰ ਜਾ ਰਿਹਾ ਏ? ਉਸਨੇ ਆਪਣੀਆਂ ਸੁੰਨੀਆਂ ਅੱਖਾਂ ਖੋਲ੍ਹੀਆਂ। ਦੁਨੀਆ ਸੌਂ ਗਈ, ਤੂੰ ਹੀ ਕਿਉਂ ਘੁੰਮ ਰਿਹਾ ਹੈ? ਬਾਲਕ ਬਿਲਕੁਲ ਚੁੱਪ, ਫਿਰ ਵੀ ਬੋਲਦਾ ਹੋਇਆ ਚਿਹਰਾ ਲੈ ਕੇ ਖੜਾ ਰਿਹਾ। ਕਿੱਥੇ ਸੌਵੇਂਗਾ? ਇੱਥੇ ਹੀ ਕਿਤੇ। ਕੱਲ ਕਿੱਥੇ ਸੁੱਤਾ ਸੀ? ਦੁਕਾਨ ਵਿੱਚ। ਅੱਜ ਉੱਥੇ ਕਿਉਂ ਨਹੀਂ? ਨੌਕਰੀਓਂ ਕੱਢ ਦਿੱਤਾ। ਕੀ ਕੰਮ ਕਾਰ ਕਰਦਾ ਸੀ? ਸਾਰੇ ਕੰਮ। 1 ਰੁਪਇਆ ਤੇ ਜੂਠਾ ਖਾਣਾ। ਦੁਬਾਰਾ ਨੌਕਰੀ ਕਰੇਗਾ? ਹਾਂ। ਬਾਹਰ ਚੱਲੇਗਾ? ਹਾਂ। ਅੱਜ ਕੀ ਖਾਣਾ ਖਾਧਾ? ਕੁਝ ਵੀ ਨਹੀਂ। ਹੁਣ ਖਾਣਾ ਮਿਲੂਗਾ? ਨਹੀਂ। ਫਿਰ ਇੱਦਾਂ ਹੀ ਸੌਵੇਂਗਾ? ਹਾਂ। ਕਿੱਥੇ? ਇੱਥੇ ਹੀ ਕਿਤੇ। ਇਹਨਾਂ ਹੀ ਕੱਪੜਿਆਂ ਵਿੱਚ। ਬਾਲਕ ਫਿਰ ਅੱਖਾਂ ਰਾਹੀਂ ਉੱਤਰ ਦਿੰਦਾ ਹੋਇਆ ਚੁੱਪ ਖੜਾ ਰਿਹਾ। ਅੱਖਾਂ ਜਿਵੇਂ ਬੋਲਦੀਆਂ ਸਨ। ਇਹ ਵੀ ਕਿੰਨਾ ਬੇਹੂਦਾ ਸਵਾਲ ਹੈ। ਮਾਂ ਪਿਓ ਹਨ? ਹਾਂ। ਕਿੱਥੇ? 15 ਕੋਹ ਦੂਰ ਇੱਕ ਪਿੰਡ ਵਿੱਚ। ਤਾਂ ਫਿਰ ਤੂੰ ਭੱਜ ਆਇਆ? ਹਾਂ। ਕਿਉਂ? ਮੇਰੇ ਕਈ ਛੋਟੇ ਭੈਣ ਭਰਾ ਹਨ, ਇਸ ਲਈ ਭੱਜ ਆਇਆ। ਉੱਥੇ ਕੋਈ ਕੰਮਕਾਰ ਨਹੀਂ ਸੀ, ਰੋਟੀ ਨਹੀਂ ਸੀ। ਪਿਓ ਭੁੱਖਾ ਰਹਿੰਦਾ ਸੀ ਅਤੇ ਕੁੱਟਮਾਰ ਕਰਦਾ ਸੀ। ਮਾਂ ਭੁੱਖੀ ਰਹਿੰਦੀ ਸੀ ਅਤੇ ਰੋਂਦੀ ਸੀ, ਇਸ ਲਈ ਭੱਜ ਆਇਆ। ਇੱਕ ਦੋਸਤ ਹੋਰ ਸੀ, ਉਸੇ ਹੀ ਪਿੰਡ ਦਾ, ਮੇਰੇ ਨਾਲੋਂ ਵੱਡਾ ਸੀ। ਦੋਨੋਂ ਇੱਥੇ ਇਕੱਠੇ ਹੀ ਆਏ। ਉਹ ਹੁਣ ਨਹੀਂ। ਕਿੱਧਰ ਗਿਆ? ਮਰ ਗਿਆ? ਮਰ ਗਿਆ? ਹਾਂ, ਸਾਹਿਬ ਨੇ ਮਾਰਿਆ, ਮਰ ਗਿਆ। ਠੀਕ ਹੈ, ਸਾਡੇ ਨਾਲ ਚੱਲ। ਉਹ ਨਾਲ ਚੱਲ ਪਿਆ। ਵਾਪਸ ਆ ਕੇ ਅਸੀਂ ਵਕੀਲ ਦੋਸਤਾਂ ਦੇ ਹੋਟਲ ਵਿੱਚ ਪਹੁੰਚੇ। ਵਕੀਲ ਹੋਟਲ ਦੇ ਉੱਪਰਲੀ ਕਮਰੇ ਤੋਂ ਥੱਲੇ ਆ ਕੇ ਉੱਤਰ ਆਏ। ਉਹਨਾਂ ਨੇ ਕਸ਼ਮੀਰੀ ਦੁਸ਼ਾਲਿਆਂ ਦੀਆਂ ਬੁੱਕਲਾਂ ਮਾਰੀਆਂ ਹੋਈਆਂ ਸਨ, ਜੁਰਾਬਾਂ ਵਿੱਚ ਲਪੇਟੇ, ਪੈਰਾਂ ਵਿੱਚ ਚੱਪਲਾਂ ਸਨ। ਆਵਾਜ਼ ਵਿੱਚ ਥੋੜ੍ਹੀ ਜਿਹੀ ਝੰਜਲਾਹਟ ਸੀ, ਕੁਝ ਲਾਪਰਵਾਹੀ ਸੀ। ਵਾਹ, ਫਿਰ ਤੁਸੀਂ ਬੋਲੋ ਜੀ। ਤੁਹਾਨੂੰ ਇੱਕ ਨੌਕਰ ਦੀ ਲੋੜ ਸੀ ਨਾ? ਵੇਖੋ, ਇਹ ਮੁੰਡਾ ਹੈ। ਇਹਨੂੰ ਕਿੱਥੋਂ ਲੈ ਆਏ? ਤੁਸੀਂ ਜਾਣਦੇ ਹੋ ਇਹਨੂੰ? ਜਾਣਦੇ ਹਾਂ। ਇਹ ਬੇਈਮਾਨ ਨਹੀਂ ਹੋ ਸਕਦਾ। ਯਾਰ, ਇਹ ਪਹਾੜੀਏ ਬੜੇ ਚਲਾਕ ਹੁੰਦੇ ਹਨ। ਬੱਚੇ ਵਿੱਚ ਗੁਣ ਲੁਕੇ ਹੁੰਦੇ ਹਨ। ਤੁਸੀਂ ਵੀ ਬੜੀ ਅਜੀਬ ਆਦਮੀ ਹੋ। ਚੁੱਕ ਲਿਆਏ ਕਿਤੋਂ? ਲਓ ਜੀ, ਇਹ ਨੌਕਰ ਲਓ। ਤੁਸੀਂ ਮੇਰੀ ਗੱਲ ਮੰਨੋ, ਇਹ ਮੁੰਡਾ ਵਧੀਆ ਨਿਕਲੂਗਾ। ਤੁਸੀਂ ਵੀ ਯਾਰ ਬਹੁਤ ਅਜੀਬ ਹੋ। ਲੱਲੂ ਪੰਜੂ ਨੂੰ ਨੌਕਰ ਰੱਖ ਲਿਆ ਜਾਵੇ ਅਤੇ ਅਗਲੇ ਦਿਨ ਉਹ ਪਤਾ ਨਹੀਂ ਕੀ ਕੁਝ ਲੈ ਕੇ 9 2 11 ਹੋ ਜਾਵੇ। ਤੁਸੀਂ ਮੰਨਦੇ ਹੀ ਨਹੀਂ, ਮੈਂ ਕੀ ਕਰਾਂ? ਮੰਨੀਏ ਕੀ ਖਾਕ? ਤੁਸੀਂ ਵੀ ਯਾਰ ਚੰਗਾ ਮਜ਼ਾਕ ਕਰਦੇ ਹੋ। ਚੰਗਾ, ਫਿਰ ਸਾਨੂੰ ਹੁਣ ਸੌਣ ਦਿਓ। ਅਤੇ ਉਹ 4 ਰੁਪਏ ਰੋਜ਼ਾਨਾ ਦੇ ਕਿਰਾਏ ਦੇ ਕਮਰੇ ਵਿੱਚ ਸਜੀ ਸੇਜ ਉੱਤੇ ਸੌਣ ਜਲਦੀ ਹੀ ਚਲੇ ਗਏ। ਭਾਗ ਚੌਥਾ। ਵਕੀਲ ਸਾਹਿਬ ਦੇ ਚਲੇ ਜਾਣ ਤੋਂ ਬਾਅਦ ਹੋਟਲ ਤੋਂ ਬਾਹਰ ਆ ਕੇ ਦੋਸਤ ਨੇ ਆਪਣੀ ਜੇਬ ਵਿੱਚ ਹੱਥ ਪਾ ਕੇ ਕੁਝ ਲੱਭਿਆ, ਪਰ ਜਲਦੀ ਹੀ ਕੁਝ ਨਿਰਾਸ਼ਾ ਦੇ ਭਾਵ ਨਾਲ ਹੱਥ ਬਾਹਰ ਕੱਢ ਕੇ ਮੇਰੇ ਵੱਲ ਵੇਖਣ ਲੱਗੇ। ਕੀ ਹੈ? ਇਹਨੂੰ ਖਾਣ ਲਈ ਕੁਝ ਦੇਣਾ ਚਾਹੁੰਦਾ ਸੀ, ਅੰਗਰੇਜ਼ੀ ਵਿੱਚ ਦੋਸਤ ਨੇ ਕਿਹਾ। ਪਰ 10-10 ਦੇ ਨੋਟ ਹਨ। ਨੋਟ ਹੀ ਸ਼ਾਇਦ ਮੇਰੇ ਕੋਲ ਹਨ, ਵੇਖਾਂ। ਸੱਚਮੁੱਚ ਮੇਰੀ ਜੇਬ ਵਿੱਚ ਵੀ ਨੋਟ ਹੀ ਸਨ। ਅਸੀਂ ਫਿਰ ਅੰਗਰੇਜ਼ੀ ਵਿੱਚ ਗੱਲਬਾਤ ਕਰਨ ਲੱਗੇ। ਠੰਡ ਨਾਲ ਮੁੰਡੇ ਦੇ ਦੰਦ ਵੱਜਣ ਲੱਗੇ। ਕੜਾਕੇ ਦੀ ਠੰਡ ਸੀ। ਦੋਸਤ ਨੇ ਪੁੱਛਿਆ, ਹੁਣ ਫਿਰ? ਮੈਂ ਕਿਹਾ, 10 ਦਾ ਨੋਟ ਹੀ ਦੇ ਦੇਵੋ। ਹੈਰਾਨ ਹੋ ਕੇ ਦੋਸਤ ਮੇਰਾ ਮੂੰਹ ਵੇਖਣ ਲੱਗਾ। ਛੱਡ ਯਾਰ, ਬਜਟ ਵਿਗੜ ਜਾਊਗਾ। ਦਿਲ ਵਿੱਚ ਜਿੰਨਾ ਤਰਸ ਹੈ, ਕੋਲ ਓਨੇ ਪੈਸੇ ਤਾਂ ਨਹੀਂ ਹਨ। ਤਾਂ ਫਿਰ ਛੱਡੋ ਪਰੇ, ਇਹ ਤਰਸ ਹੀ ਇਸ ਜ਼ਮਾਨੇ ਵਿੱਚ ਕਾਫੀ ਹੈ, ਮੈਂ ਕਿਹਾ। ਦੋਸਤ ਚੁੱਪ ਰਿਹਾ, ਜਿਵੇਂ ਕੁਝ ਸੋਚਦਾ ਹੋਵੇ। ਫਿਰ ਮੁੰਡੇ ਨੂੰ ਬੋਲਿਆ, ਹੁਣ ਅੱਜ ਤਾਂ ਕੁਝ ਨਹੀਂ ਹੋ ਸਕਦਾ। ਕੱਲ੍ਹ ਮਿਲਣਾ। ਹੋਟਲ ਡੀ ਪਬ ਦਾ ਪਤਾ ਹੈ? ਉੱਥੇ ਹੀ ਕੱਲ੍ਹ 10 ਵਜੇ ਮਿਲੇਂਗੇ। ਹਾਂ। ਕੁਝ ਕੰਮਕਾਰ ਮਿਲੂਗਾ ਹਜ਼ੂਰ? ਹਾਂ, ਕੋਈ ਕੰਮਕਾਰ ਵੀ ਲੱਭ ਦੇਵਾਂਗੇ। ਤਾਂ ਫਿਰ ਮੈਂ ਜਾਵਾਂ? ਹਾਂ, ਠੰਡਾ ਹੌਕਾ ਭਰਦਿਆਂ ਦੋਸਤ ਨੇ ਕਿਹਾ। ਕਿੱਥੇ ਸੌਵੇਂਗਾ? ਇੱਥੇ ਹੀ ਕਿਤੇ, ਕਿਸੇ ਬੈਂਚ ਉੱਪਰ, ਕਿਸੇ ਰੁੱਖ ਦੇ ਥੱਲੇ ਜਾਂ ਕਿਸੇ ਦੁਕਾਨ ਦੀ ਭੱਠੀ ਕੋਲ। ਬਾਲਕ ਫਿਰ ਉਸੇ ਹੀ ਪ੍ਰੇਤ ਗਤੀ ਨਾਲ ਇੱਕ ਪਾਸੇ ਵੱਲ ਵਧਿਆ ਅਤੇ ਧੁੰਦ ਵਿੱਚ ਗੁੰਮ ਹੋ ਗਿਆ। ਅਸੀਂ ਵੀ ਹੋਟਲ ਵੱਲ ਚੱਲ ਪਏ। ਹਵਾ ਬਹੁਤ ਠੰਡੀ ਸੀ। ਸਾਡੇ ਓਵਰਕੋਟਾਂ ਦੇ ਵਿੱਚੋਂ ਦੀ ਲੰਘਦੀ ਹੋਈ ਸਰੀਰ ਵਿੱਚ ਤੀਰ ਵਾਂਗੂ ਲੱਗਦੀ ਸੀ। ਦੋਸਤ ਨੇ ਕੁੰਗੜਦੇ ਹੋਏ ਕਿਹਾ, ਕਹਿਰ ਦੀ ਠੰਡ ਹੈ। ਉਸਦੇ ਕੋਲ ਥੋੜ੍ਹੇ ਕੱਪੜੇ
ਸਨ। ਇਹ ਦੁਨੀਆ ਹੈ ਯਾਰ। ਮੈਂ ਖੁਦਗਰਜੀ ਦਾ ਫਲਸਫਾ ਝਾੜਿਆ। ਚਲੋ ਪਹਿਲਾਂ ਬਿਸਤਰੇ ਵਿੱਚ ਨਿੱਘੇ ਹੋ ਲਵੋ, ਫਿਰ ਕਿਸੇ ਹੋਰ ਦੀ ਚਿੰਤਾ ਕਰਨਾ। ਉਦਾਸ ਹੋ ਕੇ ਦੋਸਤ ਨੇ ਕਿਹਾ, ਖੁਦਗਰਜੀ? ਜੋ ਮਰਜ਼ੀ ਕਹੋ, ਮਜਬੂਰੀ ਕਹੋ, ਬੇਦਰਦੀ ਕਹੋ ਜਾਂ ਬੇਸ਼ਰਮੀ। ਦੂਜੇ ਦਿਨ ਨੈਨੀਤਾਲ ਸਵਰਗ ਦੇ ਕਿਸੇ ਕਾਲੇ ਗੁਲਾਮ ਪਸ਼ੂ ਦੇ ਦੁਲਾਰੇ ਦਾ ਉਹ ਪੁੱਤਰ, ਉਹ ਮੁੰਡਾ ਨਿਰਧਾਰਤ ਸਮੇਂ 'ਤੇ ਸਾਡੇ ਹੋਟਲ ਡੀ ਪੱਬ ਵਿੱਚ ਨਹੀਂ ਆਇਆ। ਅਸੀਂ ਆਪਣੀ ਨੈਨੀਤਾਲ ਦੀ ਸੈਰ ਖੁਸ਼ੀ-ਖੁਸ਼ੀ ਖ਼ਤਮ ਕਰਕੇ ਵਾਪਸ ਮੁੜਨ ਦੀ ਕੀਤੀ। ਉਸ ਮੁੰਡੇ ਨੂੰ ਮਿਲਣ ਦੀ ਆਸ ਵਿੱਚ ਬੈਠੇ ਰਹਿਣ ਦੀ ਅਸੀਂ ਕੋਈ ਲੋੜ ਨਾ ਸਮਝੀ। ਕਾਰ ਵਿੱਚ ਅਜੇ ਬੈਠਣ ਹੀ ਲੱਗੇ ਸੀ ਕਿ ਇਹ ਖਬਰ ਮਿਲੀ ਕਿ ਪਿਛਲੀ ਰਾਤ ਇੱਕ ਪਹਾੜੀ ਬਾਲਕ ਸੜਕ ਦੇ ਕੰਢੇ ਦਰੱਖਤ ਦੇ ਥੱਲੇ ਠੰਡ ਨਾਲ ਮਰ ਗਿਆ। ਮਰਨ ਦੇ ਲਈ ਉਸ ਨੂੰ ਉਹੀ ਥਾਂ, ਉਹੀ 10 ਸਾਲ ਦੀ ਉਮਰ ਅਤੇ ਉਹੀ ਕਾਲੀਆਂ ਲੀਰਾਂ ਵਾਲੀ ਕਮੀਜ਼ ਮਿਲੀ। ਮਨੁੱਖੀ ਸੰਸਾਰ ਨੇ ਕੇਵਲ ਇਹੀ ਇੱਕ ਤੋਹਫ਼ਾ ਉਸ ਦੇ ਲਈ ਛੱਡਿਆ ਸੀ। ਪਰ ਦੱਸਣ ਵਾਲਿਆਂ ਨੇ ਦੱਸਿਆ ਕਿ ਗਰੀਬ ਦੇ ਮੂੰਹ ਉੱਤੇ, ਛਾਤੀ, ਹੱਥਾਂ ਅਤੇ ਪੈਰਾਂ ਦੇ ਉੱਪਰ ਬਰਫ਼ ਦੀ ਸਫੈਦ ਪਰਤ ਜੰਮ ਗਈ ਸੀ। ਲੱਗਦਾ ਸੀ ਜਿਵੇਂ ਦੁਨੀਆ ਦੀ ਬੇਸ਼ਰਮੀ ਉੱਤੇ ਪਰਦਾ ਪਾਉਣ ਲਈ ਕੁਦਰਤ ਨੇ ਲਾਸ਼ ਦੇ ਲਈ ਇੱਕ ਸਫੈਦ ਅਤੇ ਠੰਡੇ ਕਫ਼ਨ ਦਾ ਪ੍ਰਬੰਧ ਕਰ ਦਿੱਤਾ ਸੀ। ਇਹ ਸਾਰੀ ਗੱਲ ਸੁਣੀ ਅਤੇ ਸੋਚਿਆ, ਕਿਸਮਤ ਆਪੋ ਆਪਣੀ। ਧੰਨਵਾਦ ਜੀ।